हजारा दिला जोश प्यार दे झंडे चलाए सन वो खुशियां का खजाना सी जिस रोने हसाए सन उस दे घर पे आया हूँ मैं कल्याण मक्के दा हज करांदा सी वाह वाह धन सतगुरु प्रताप सिंह जी पातशाह फल मिले जो सिर निभांदा सी तेरे दरबार विच मुक्ति खड़ी दरबार देखी
जो उसके दाते आ गया कदे खाली नहीं तुरया खुशी विच नचदा फिर बात दे रोदा नहीं मुड़िया चढ़त अमरी कृति अखियों वाली शान मेरी सतगुਰਾਂ ਦੇ ਪੁੱਤਰ ਤੇ ਪਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਭ ਸੰਗਿਓ, आओ जिन्हें भी इतने भाई भाई साहब संगत के रूप में एकत्र हो रहे हैं, सारे रल के मन व्यक्ति को एकाग्र करना है, रसना को पवित्र करना है। सारे ने गज के कहना धन सतगुरु राम सिंह सच्चे पातशाह। आओ तो हम उन्होंने याद करिए जिन्हों की बाबत अज असीं इकट्ठे हो रहे हैं। वो
ਉਹ ਸਤਿਗੁਰੂ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸਿੱਖੀ ਨੂੰ ਸੰਭਾਲਿਆ ਹੈ। ਮੈਂ ਕਹਿੰਦਾ ਸੰਭਾਲਿਆ ਹੀ ਨਹੀਂ ਮੇਰਾ, ਉਹਨਾਂ ਨੇ ਉਹਨਾਂ ਨੂੰ ਇੰਨਾ ਪ੍ਰਫੁੱਲਤ ਕੀਤਾ ਕਿ ਅੱਜ ਉਹ ਬਾਗ ਜਿਹੜਾ ਬਾਗੋ ਬਾਗ ਹੋਇਆ ਫਿਰਦਾ। ਆਓ ਉਹਨਾਂ ਸਤਿਗੁਰਾਂ ਨੂੰ ਯਾਦ ਕਰੀਏ, ਚਰਨਾਂ 'ਚ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਕਿਰਪਾ ਕਰਨੀ ਜਿਨ੍ਹਾਂ ਦਾ ਲਾਹਾ ਅਸੀਂ 53 ਸਾਲ ਸਾਰਿਆਂ ਨੇ ਗੱਦੀ ਨਸ਼ੀਨ ਹੋਇਆ ਖਟਿਆ, ਉਹਨਾਂ ਸਤਿਗੁਰਾਂ ਨੂੰ ਵੀ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਦੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਆਓ ਹੁਣ ਇਹਨਾਂ ਸਾਰਿਆਂ ਕਾਰਜਾਂ ਤੇ ਸਮੇਂ ਦੇ ਮਾਲਕ ਦੀ ਮੋਹਰ ਲਾਉਣੀ ਅਸਾਂ, ਕਿਉਂਕਿ ਜਿੰਨੀ ਦੇਰ ਮਨੁੱਖ ਦੇ ਕੀਤੇ ਹੋਏ ਕਾਰਜਾਂ ਦੇ ਸਮੇਂ ਦੀ ਮੋਹਰ ਨਹੀਂ ਨਾ ਲੱਗੀ ਤੇ ਉਹ ਫਿਰ ਕਾਰਜ ਜਿਹੜੇ ਸਫਲ ਹੁੰਦੇ ਨਹੀਂ ਦੇਖੇ। ਜਦੋਂ ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਏ ਵਾਹ ਤੇ ਫਿਰ ਮਨੁੱਖ ਦਾ ਕਾਰਜ ਵੀ ਸਫਲ ਹੁੰਦਾ ਵੇਖਿਆ ਤੇ ਨਾਲ ਮਨੁੱਖੀ ਜੀਵਨ ਵੀ ਸਫਲ ਹੁੰਦਾ ਵੇਖਿਆ। ਆਓ ਉਸ ਸਮੇਂ ਦੇ ਮਾਲਕ ਨੂੰ ਯਾਦ ਕਰੀਏ, ਕੈਸਾ ਹੈ ਉਹ ਸਤਿਗੁਰ। ਤੇਰਾ ਨਾਮ ਲਿਆ ਬੇੜਾ ਪਾਰ ਹੋਇਆ, ਤਿਹਾਈ ਹੋਈ ਦਰੋਪਤਾ ਜਿਲ ਗਈ, ਆਪਣ ਵੱਡੀ ਸੰਸਾਰ ਦੇ ਪੂਤਨਾ ਸੀ, ਹਰੀ ਕਹਿਆ ਸਿੱਧੀ ਬੇਗੁਣ ਸਮੇਂ ਦੇ ਮਾਲਕ ਨੂੰ ਯਾਦ ਕਰੀਏ। ਸਾਰਿਆਂ ਨੇ ਗੱਜ ਕੇ ਆਖਣਾ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਸਾਧ ਸੰਗਤ ਨੇ ਉਪਰਾਲਾ ਕੀਤਾ ਹੈ, ਜੁੜ ਕੇ ਨਾਮ ਸਿਮਰਨ ਕਰਨ ਦੇ ਆ ਬੈਠੇ, ਭਜਨ ਬੰਦਗੀ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ। ਧਰਮ ਦੇ ਵਿੱਚ ਬੜਾ ਵੱਡਾ ਕਾਰਜ ਦੱਸਿਆ ਗਿਆ ਹੈ। ਧਾਰਮਿਕ ਮਨੁੱਖਾਂ ਨੂੰ ਸਤਿਗੁਰਾਂ ਦੇ ਹੁਕਮ 'ਚ ਰਹਿੰਦਿਆਂ ਹੋਇਆ ਇਹ ਸਾਰੇ ਕਾਰਜ ਕਰਨੇ ਪੈਂਦੇ ਨੇ, ਤਾਂ ਹੀ ਮਨੁੱਖ ਦਾ ਜਨਮ ਜਿਹੜਾ ਸਫਲ ਹੁੰਦਾ ਵੇਖਿਆ। ਅੱਜ ਅਸੀਂ ਉਸ ਵੱਡ ਪ੍ਰਤਾਪੀ ਦੀ ਯਾਦ ਵਿੱਚ ਬੈਠੇ ਹਾਂ, ਜਿਨ੍ਹਾਂ ਨੇ ਆਣ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸਿੱਖੀ ਨੂੰ ਸੰਭਾਲਿਆ ਹੈ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸਿੱਖੀ ਨੂੰ ਸੰਭਾਲਿਆ ਹੈ। ਇੰਨਾ ਪ੍ਰਫੁੱਲਤ ਕੀਤਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਬਾਗ ਜਿਹੜੇ ਨੇ ਖਿੜੇ ਹੋਏ ਨੇ ਅੱਜ ਵੀ ਦੇਖੇ ਜਾ ਸਕਦੇ। ਉਹ ਸਤਿਗੁਰ ਜਿਹੜਾ ਆਉਂਦਾ ਹੈ ਸੰਸਾਰ ਦੇ ਵਿੱਚ ਮਨੁੱਖ ਦੇ ਭਲੇ ਵਾਸਤੇ ਆਉਂਦਾ ਹੈ, ਗਊ ਗਰੀਬ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਆਉਂਦਾ ਹੈ। ਜਦੋਂ ਵੀ ਉਹ ਸੰਸਾਰ 'ਚ ਆਇਆ ਤੇ ਜਿਹੜੇ ਵੀ ਨੀਵੀਂ ਜਾਤ ਦੇ ਲੋਕ ਨੇ, ਨੀਵੇਂ ਪੱਧਰ ਦੇ ਲੋਕ ਨੇ, ਉਹਨਾਂ ਨੂੰ ਆਣ ਕੇ ਪਹਿਲਾਂ ਉਹਨਾਂ ਉੱਚਾ ਚੁੱਕਿਆ। ਐਸੇ ਹੀ ਹਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਜਦੋਂ ਸੰਸਾਰ ਦੇ ਵਿੱਚ ਆਏ ਤਾਂ ਫਿਰ ਸਿੱਖੀ ਦੀ ਵੀ ਹਾਲਤ ਜਿਹੜੀ ਬਹੁਤ ਮਾੜੀ ਸੀ ਉਸ ਟਾਈਮ ਤੇ, ਸਿੱਖਾਂ ਦੀ ਵੀ ਹਾਲਤ ਬਹੁਤ ਮਾੜੀ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਲੇ ਤੇ ਸਿੱਖੀ ਨੂੰ ਵਧਾਇਆ, ਨਾਲੇ ਸਿੱਖਾਂ ਨੂੰ ਵਧਾਇਆ। ਆਪ ਸਭ ਜਾਣਦੇ ਹੋਵੋਗੇ 1947 ਦਾ ਉਹ ਜਿਹੜਾ ਵਾਕਿਆ ਹੈ, ਜਦੋਂ ਉੱਥੋਂ ਲੋਕ ਉੱਜੜ ਪੁੱਜੜ ਕੇ ਇੱਥੇ ਆਏ ਨੇ
ਤਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਵਾਂਗੂ ਉਹਨਾਂ ਨੂੰ ਸਾਰਿਆਂ ਨੂੰ ਗੱਲ ਲਾਇਆ। ਹਾਲਾਂਕਿ ਇਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਜਾ ਕੇ ਇਹਨਾਂ ਨੇ ਲਾਹੌਰ ਦੇ ਵਿੱਚ ਘਰ ਘਰ ਦੇ ਵਿੱਚ ਗਲੀ ਗਲੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਇਹ ਆਖਿਆ ਬਈ ਰਾਵੀਓਂ ਪਾਰ ਹੋ ਜਾਓ 15 ਅਗਸਤ ਤੱਕ। ਜਿਹੜਾ ਹੁਕਮ ਮੰਨ ਲੇਗਾ ਉਹ ਸੌਖਾ ਰਹੇਗਾ। ਘਰ 'ਚ ਇੱਕ ਇੱਕ ਦੋ ਦੋ ਜਾਣੇ ਇੱਥੇ ਰਹਿ ਜਾਓ ਤੇ ਬਾਕੀ ਜਿਹੜੇ ਨੇ ਮਾਲ ਡੰਗਰ ਲੈ ਕੇ ਰਾਵੀਓਂ ਪਾਰ ਹੋ ਜਾਓ। ਇਸ ਗੱਲ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ 203 ਬਿਕਰਮੀ ਦਾ ਹੋਲਾ ਹੋਇਆ ਸ਼ੇਖੂਪੁਰੇ ਦਾ, ਉੱਥੇ ਵੀ ਛਾਤੀ ਤੇ ਹੱਥ ਮਾਰ ਕੇ ਆਖਿਆ ਸੀ ਵੀ ਸਮਾਂ ਬੜਾ ਭਿਆਨਕ ਆ ਰਿਹਾ ਹੈ। ਵਾਹ! ਭਾਰਤ ਦੇ ਦੋ ਟੋਟੇ ਹੋ ਜਾਣੇ ਨੇ ਤੇ ਸਾਧ ਸੰਗਤ ਕਿਰਪਾ ਕਰਕੇ ਤੇ 15 ਅਗਸਤ ਆਉਣ ਤੋਂ ਪਹਿਲਾਂ ਜਿਹੜੀ ਇਹ ਰਾਵੀਓਂ ਪਾਰ ਹੋ ਜਾਵੇ। ਛਾਤੀ ਤੇ ਹੱਥ ਮਾਰ ਕੇ ਕਿਹਾ ਕਰਦੇ ਸਨ ਬਾਹਾਂ ਉੱਚੀਆਂ ਕਰਕੇ, ਕਿਉਂਕਿ ਬੜਾ ਅਣਖੀਲਾ ਸੁਭਾਅ ਦੇਖਿਆ ਗਿਆ ਇਹਨਾਂ ਦਾ। 6.5 ਫੁੱਟਾ ਕੱਦ ਕਾਠੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ। ਕਹਿੰਦੇ ਨੇ ਕਮਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ। ਸਤਿਗੁਰੂ ਦੀ ਸਿਫਤ ਦੇਖੋ, ਕਿਸੇ ਕਵੀ ਨੇ ਦੱਸੀ ਹੈ ਵੀ ਕੈਸਾ ਹੁੰਦਾ ਸਤਿਗੁਰੂ। ਕਮਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ। काले काले केस काली कटा के समान है। सेठ मुशहरे होठ पंखड़ी गुलाबे। गले सोहे माला मोतियों से टिकिया। सफेद जोड़ा सफेद चोगा शोभदा जनाबे। शीश दस्तार है कैलाश की चोटी समान। गुरु प्रताप सिंह तेरी शान ऐसे होते हैं सतगुरु प्रताप सिंह सच्चे पातशाह। 6.5 फुटा कद काठी दसी गई है कि कमल समान नैन कोयल से मीठे बैन। मुखड़े की ताप जो समान आफ्ताब सूरज के समान जरा चमकदा उन्हां दा चेहरे का जलाल चलिया नहीं सी जाता किसी को। सो ऐसे सतगुरां ने जिन्हां ने भी दर्शन किए ने उन्होंने पता है भाई जदों भी सतगुरु एक बार जिहड़ा हुक्म कर देते होंदे सन कोई मजाल नहीं सी हुंदी किसी का ना कर गए या उस हुक्म नूं मोड़ तरोड़ करे। सो सतगुरु प्रताप सिंह सच्चे पातशाह जी ने अपने सिखां वास्ते घर घर जाके ऐलानिया तौर पर आख दिता कि भाई इतों घरों निकल जाओ, एक एक दो दो शरीर इत्थे रह जाओ, बाकी सारा माल डंगर जिन्ना भी परिवार है लैके रावियों पार हो जाओ। जेड़े ते हुक्म मन के आ गए ने उन्होंने पता है कि कितने सौखे आ गए ने, पर जिन्होंने हुक्म नहीं मनिया परिवारिक झंझटां च फसे रहे ने या होर कोई कारण बन गए ने वो भी फिर आप जानते हैं कि वो कितनी तंगी दे विच आए ने या किस तरह जाना बचा के आए ने। पर सतगुर जिहड़ा है उन्होंने कदे भी किसी का वितकरा नहीं रखा। जेड़े हुक्म मन के आए सन वो तो बहुत वधिया खुशी के पात्र बने ने, पर जेड़े नहीं भी हुक्म जिन्हों ने मनिया बच के आ गए ने। अमृतसर वाघा बार्डर जिहड़ा है उत्थे सतगुरां ने उन्हां सिखां वास्ते लंगर लाया। फिर सारिਆਂ ਨੂੰ जिन्हें भी उत्थों बच के आए ने आण के पहला लंगर छकाया, सारिਆਂ ਨੂੰ जल पान छकाया। तो फिर जिहड़े अपने नामधारी सिख सन उन्हां वास्ते एक इन्हां ने वखरा आयोजन किया होया सी, क्योंकि सतगुरु प्रताप सिंह सच्चे पातशाह जी ने
ਲਗਭਗ 32 ਲੱਖ ਰੁਪਈਆ ਉਸ ਟਾਈਮ ਦਾ ਲਗਾ ਕੇ ਤੇ 4 ਪਿੰਡਾਂ ਦੀ ਜ਼ਮੀਨ ਖਰੀਦੀ ਹੋਈ ਸੀ। ਉੱਥੇ ਇਹਨਾਂ ਸਾਰੇ ਨਾਮਧਾਰੀਆਂ ਨੂੰ ਫਿਰ ਵਸਾਇਆ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ। ਜਿੰਨੀ ਵੀ ਪਿੱਛੇ ਜਗ੍ਹਾ ਉਹਨਾਂ ਦੀ ਸੀ, ਉੱਥੋਂ ਕਈ ਦੁਨੀ ਜਗ੍ਹਾ ਇੱਥੇ ਉਹਨਾਂ ਨੇ ਦਿੱਤੀ ਹੈ। ਨਹੀਂ ਵੇਖਿਆ ਬਈ ਉੱਥੇ ਇੰਨੀ ਜਗ੍ਹਾ ਸੀ, ਕੋਈ ਮੁੱਲ ਦਾ ਹਿਸਾਬ ਨਹੀਂ ਲਗਾਇਆ, ਕੋਈ ਪੈਸਾ ਨਹੀਂ ਲਿਆ, ਬਿਲਕੁਲ ਫ੍ਰੀ ਜਗ੍ਹਾ ਵੰਡੀਆਂ ਨੇ। ਆ ਜੀਵਨ ਨਗਰ, ਸੰਤ ਨਗਰ, ਦਮਦਮਾ, ਇਹ 3-4 ਪਿੰਡ ਜਿਹੜੇ ਨੇ ਸਤਿਗੁਰਾਂ ਨੇ ਵਸਾਏ ਨੇ। ਅੱਜ ਵੀ ਜਦੋਂ ਉਹਨਾਂ ਨੂੰ ਯਾਦ ਆਉਂਦੀ ਹੈ ਨਾ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ, ਮੈਂ ਵੇਖਿਆ ਕਈ ਸਿੱਖਾਂ ਨਾਲ ਜਾ ਕੇ ਗੱਲਬਾਤ ਕੀਤੀ, ਇਹ ਉੱਥੋਂ ਕਰ ਦਿੰਦੇ ਨੇ ਉਹਨਾਂ ਦੇ। ਕਹਿੰਦੇ ਨੇ ਵੀ ਸਾਨੂੰ ਤੇ ਕੰਗਲਿਆਂ ਨੂੰ ਉਹਨਾਂ ਨੇ ਬਾਦਸ਼ਾਹ ਬਣਾ ਦਿੱਤਾ ਆਣ ਕੇ। ਵਾਹ 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 ਵਾਹ। ਜੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹਨੂੰ ਨਾ ਆਸਰਾ ਦਿੰਦੇ, ਨਾ ਪੁੱਤਰਾਂ ਵਾਂਗਰ ਗੱਲ ਪਕੜੀ ਤੇ ਲੈਂਦੇ ਸਾਨੂੰ, ਇਹ ਅੱਜ ਸਾਡਾ ਕੀ ਹਾਲ ਹੋਣਾ ਸੀ। ਨਾਲੇ ਉਹ ਯਾਦ ਕਰਦੇ ਨੇ ਗੁਰੂ ਪ੍ਰਤਾਪ ਸਿੰਘ ਤੇਰੀ ਨਿਰਾਲੀ ਸ਼ਾਨ ਵੇਖੀ ਹੈ। जिन्ने मर्जी इन्होंने उपकार गाए जाइए मुकाए नहीं जा सकते। इन्ने उपकार इन्होंने कीते ने साडे ते नामधारी दरबार के नामधारी पंथ के उत्ते मैं कहना कुल सृष्टि ते खड़े उपकार कीते ने सतगुर प्रताप सिंह सच्चे पातशाह। कहते ने वड प्रतापी दा दीदार दुख दूर करे, दुखियां दे दुख हरे, बैर सी बीमारां दा बड़ा बेमिसाल ते कमाल सी जलाल हुंदा, सदा रहा खेड़े विच फुल सी बखारां दा,
ਸਾਂਝਾ ਉਪਦੇਸ਼ ਹੀ ਹਮੇਸ਼ ਦਿੱਤਾ ਸਾਰਿਆਂ ਨੂੰ, ਤੇ ਜੀਵਨ ਪਲਟ ਦਿੱਤਾ ਲੱਖਾਂ ਨਰ ਨਾਰਾਂ ਦਾ। ਧੰਨ 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 ਆਖੋ ਧੰਨ ਸਤਿਗੁਰ ਪ੍ਰਤਾਪ ਸਿੰਘ, ਆਪ ਦਾ ਬਣਿਆ ਤੇ ਕੀਤੇ ਉਪਕਾਰਾਂ। ਤੋ ਮਨੁੱਖ ਦਾ ਜੀਵਨ ਸਤਿਗੁਰਾਂ ਨੇ ਇਸ ਤਰ੍ਹਾਂ ਬਦਲਿਆ, ਉਪਕਾਰ ਜਿਹੜੇ ਨੇ ਗਿਣਾਏ ਨਹੀਂ ਜਾ ਸਕਦੇ। ਤੋ ਅੱਜ ਅਸਾਂ ਅੰਤਿਮ ਸਮੇਂ ਦੀ ਉਹਨਾਂ ਦੀ ਗੱਲ ਕਰਨੀ ਹੈ ਬਹੁਤੀ। ਉਪਕਾਰ ਤੇ ਜਿਹੜੇ ਉਹਨਾਂ ਨੇ ਕੀਤੇ ਨੇ ਆਪ ਸਭ ਨੂੰ ਪਤਾ ਹੀ ਹੈ, ਤੇ ਗਿਣਾਏ ਨਹੀਂ ਜਾ ਸਕਦੇ। ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅੰਤਿਮ ਸਮਾਂ ਹੈ, ਉਹ ਲਗਭਗ ਮੰਡੀ ਦਾ ਵੇਖਿਆ ਗਿਆ ਹੈ। ਉਹਨਾਂ ਦਿਨਾਂ 'ਚ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਜਿਹੜੀ ਸਿਹਤ ਉਹ ਕਾਫੀ ਢਿੱਲੀ ਹੋ ਚੁੱਕੀ ਸੀ। ਇਹਨਾਂ ਦੇ ਨਾਲ ਜਿਹੜੇ ਸੇਵਾਦਾਰ ਸਨ, ਸੰਤ ਰਤਨ ਸਿੰਘ ਜੀ ਲੰਗਰੀ, ਸੰਤ ਮੋਹਕਮ ਸਿੰਘ ਜੀ, ਭਾਈ ਵਜੀਰ ਸਿੰਘ ਜੀ, ਤੇ ਸੰਤ ਰਤਨ ਸਿੰਘ ਹੋਰਾਂ ਦੇ ਇੱਕ ਭਰਾ ਸਨ ਪ੍ਰੀਤਮ ਸਿੰਘ ਜੀ, ਜਿਹੜੇ ਵਾਰਾ ਲਾਇਆ ਕਰਦੇ ਸਨ। ਮੇਰਾ ਖਿਆਲ ਪੱਟੀ ਵਾਲੇ ਹੋਣਗੇ। ਇਹ ਸਾਰੇ ਸੇਵਾਦਾਰ ਉੱਥੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਸਨ। ਇੱਧਰੋਂ ਭੈਣੀ ਸਾਹਿਬ ਜਿਹੜਾ ਹੈ, ਉਹਨਾਂ ਦਿਨਾਂ ਵਿੱਚ ਜਪ ਪ੍ਰਯੋਗ ਰੱਖਿਆ ਸੰਤਾਂ ਨੇ ਸਤਿਗੁਰਾਂ ਦੇ ਹੁਕਮ ਅਨੁਸਾਰ। 10 ਦਿਨ ਹੋ ਗਏ ਨੇ ਉੱਥੇ ਜਪ ਪ੍ਰਯੋਗ ਚੱਲ ਰਿਹਾ ਹੈ। ਸੰਗਤਾਂ ਬੜੀਆਂ ਇਕੱਠੀਆਂ ਹੋਈਆਂ ਨੇ, ਪਰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ। ਆ ਭੈਣੀ ਸਾਹਿਬ ਜਾਈਏ ਨਾ, ਜਿੰਨੀ ਦੇਰ ਸਤਿਗੁਰਾਂ ਦੇ ਦਰਸ਼ਨ ਨਾ ਹੋਣ ਤੇ ਮਨ ਦਾ ਕੀ ਹਾਲ ਹੁੰਦਾ ਤੁਸੀਂ ਆਪ ਸਭ ਜਾਣ ਸਕਦੇ ਹੋ। ਭਜਨ ਨਿਤਨੇਮ ਤੇ ਜਿਹੜਾ ਉਹ ਘਰ ਬਹਿ ਕੇ ਵੀ ਅਸੀਂ ਕਰ ਸਕਦੇ ਹਾਂ, ਪਰ ਉੱਥੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਮਨ ਦਾ ਟਿਕਾਅ ਹੁੰਦਾ ਹੈ। ਸੋ ਜਿਹੜੇ ਜਪ ਪ੍ਰਯੋਗ ਵਿੱਚ ਸੰਗਤਾਂ ਲੱਗੀਆਂ ਸਨ, ਮਨ ਦਾ ਟਿਕਾਅ ਨਹੀਂ ਸੀ ਹੋ ਰਿਹਾ ਉਹਨਾਂ ਟਾਈਮਾਂ 'ਤੇ। ਗਰਮੀ ਦੇ ਦਿਨ ਸਨ, ਉਹਨਾਂ ਦਿਨਾਂ ਵਿੱਚ ਨਾਲੇ ਤੇ 40 ਦਿਨਾਂ ਦਾ ਜਪ ਪ੍ਰਯੋਗ ਹੋਇਆ ਕਰਦਾ ਸੀ। ਨਾਲੇ ਜਿਹੜਾ ਜਪ ਪ੍ਰਯੋਗ ਦਾ ਟਾਈਮ ਸੀ, ਉਹਨਾਂ ਦਿਨਾਂ 'ਚ ਸਾਉਣ ਤੇ ਭਾਦਰੋਂ ਦਾ ਰੱਖਿਆ ਹੋਇਆ ਸੀ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸੰਗਤਾਂ ਨੇ ਬੜੀਆਂ ਚਿੱਠੀਆਂ ਭੇਜੀਆਂ ਸਤਿਗੁਰਾਂ ਨੂੰ, ਮੰਡੀ ਤਾਰਾਂ ਭੇਜੀਆਂ ਗਈਆਂ ਬਈ ਦਰਸ਼ਨ ਹੋਣ ਆਪ ਜੀ ਦੇ ਇੱਥੇ ਆਣ ਕੇ। ਸੰਗਤਾਂ ਬੜੀਆਂ ਉਤਾਵਲੀਆਂ ਨੇ, ਪਰ ਉਧਰੋਂ ਸਤਿਗੁਰਾਂ ਦੀ ਸਿਹਤ ਜਿਹੜੀ ਬਹੁਤ ਢਿੱਲੀ ਸੀ। ਉੱਥੇ ਜਿੰਨੀਆਂ ਵੀ ਚਿੱਠੀਆਂ ਗਈਆਂ ਨੇ, ਤਾਰਾਂ ਗਈਆਂ, ਸਤਿਗੁਰਾਂ ਨੂੰ ਪਤਾ ਲੱਗਾ ਤੇ ਫਿਰ ਉਹਨਾਂ ਨੇ ਉਹ ਜਿਹੜੀਆਂ ਬੇਨਤੀਆਂ ਨੇ ਸਤਿਕਾਰ ਕੀਤੀਆਂ, ਆਉਣ ਦਾ ਹੁਕਮ ਕਰ ਦਿੱਤਾ ਵੀ ਭੈਣੀ ਸਾਹਿਬ ਗੋਲ ਮੰਦਰ ਦੇ ਵਿੱਚ ਸਫਾਈ ਕਰਕੇ ਮੰਜਾ ਢਾਹ ਦਿੱਤਾ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਦੇਣ ਆ ਰਹੇ ਨੇ। ਸਤਿਗੁਰੂ ਉੱਥੋਂ ਚੱਲ ਪਏ ਨੇ। ਹੁਣ ਇੱਕ ਸਮੇਂ 'ਚ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪ੍ਰੀਤਮ ਸਿੰਘ ਸੇਵਕ ਸਨ ਨਾਲ, ਉਹਨਾਂ ਨੂੰ ਆਖਿਆ ਸੀ, ਜਿੱਥੋਂ ਸੱਚੇ ਪਾਤਸ਼ਾਹ ਦਵਾਈ ਲੈਂਦੇ ਹੁੰਦੇ ਸਨ ਨਾ ਵੈਦ ਕੋਲੋਂ, ਉਹ ਪੰਡਤ ਸਨ ਫਗਵਾੜੇ ਦੇ ਕੋਲ ਰਹਿੰਦੇ ਸਨ। ਸੱਚੇ ਪਾਤਸ਼ਾਹ ਕਿਹਾ ਸੀ ਵੀ ਜੇ ਕਿਸੇ ਵੇਲੇ ਉਸ ਰੋਡ ਤੇ ਅਸੀਂ ਜਾਈਏ ਤੇ ਉਹਨਾਂ ਕੋਲ ਹੋ ਕੇ ਆਉਣਾ ਅਸਾਂ ਜ਼ਰੂਰ, ਤੇ ਜੇ ਉਧਰ ਕਿਤੇ ਜਾਈਏ ਤੇ ਮੈਨੂੰ ਦੱਸਿਓ ਜ਼ਰੂਰ। ਜਦੋਂ ਮੰਡੀਓਂ ਇੱਧਰ ਵਾਪਸ ਆਏ ਨੇ ਤੇ ਇੱਧਰ ਦੇ ਰੂਟ ਤੇ ਆਏ ਨੇ ਤੇ ਸਮਾਂ ਬਣ ਗਿਆ। ਉਹ ਪ੍ਰੀਤਮ ਸਿੰਘ ਹੋਰਾਂ ਅੱਤ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ, ਉਹ ਪੰਡਤ ਜੀ ਦਾ ਡੇਰਾ ਜਿਹੜਾ ਹੁਣ ਲਾਗੇ ਆਉਣ ਵਾਲਾ ਹੈ, ਜੇ ਤੁਹਾਡਾ ਹੁਕਮ ਹੋਵੇ ਤਾਂ ਉਧਰ ਨੂੰ ਚੱਲੀਏ। ਸਤਿਗੁਰਾਂ ਆਖਿਆ ਠੀਕ ਹੈ, ਲਾਗੇ ਆ ਰਿਹਾ ਤੇ ਫਿਰ ਚੱਲੋ ਉਧਰ ਨੂੰ। ਸਤਿਗੁਰ ਫਿਰ ਇੱਧਰ ਫਗਵਾੜੇ ਆ ਗਏ ਨੇ ਉਸ ਪੰਡਤ ਜੀ ਦੇ ਡੇਰੇ ਦੇ ਉੱਤੇ। ਪਰ ਹਾਲਤ ਜਿਹੜੀ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ। ਸਤਿਗੁਰਾਂ ਕੋਲ ਇਸ ਟਾਈਮ ਉੱਠਿਆ ਨਹੀਂ ਸੀ ਜਾ ਰਿਹਾ, ਪਿਛਲੀ ਸੀਟ ਤੇ ਲੰਮੇ ਪੈ ਕੇ ਕਹਿੰਦੇ ਨੇ ਸਾਰਾ ਸਫ਼ਰ ਕੀਤਾ ਇਹਨਾਂ ਨੇ। ਜਦੋਂ ਆਣ ਕੇ ਪੰਡਤ ਜੀ ਦੇ ਡੇਰੇ ਉਤਰੇ ਨੇ ਤੇ ਫਿਰ ਇੱਥੇ ਉਤਰਿਆ ਨਹੀਂ ਗਿਆ। ਭਾਈ ਵਜੀਰ ਸਿੰਘ ਨੂੰ ਆਵਾਜ਼ ਮਾਰੀਏ ਬਈ ਕੋਈ ਮੰਜੀ ਦਾ ਇੱਥੇ ਬੰਦੋਬਸਤ ਕੀਤਾ ਜਾਵੇ। ਮੰਜੀ ਦਾ ਬੰਦੋਬਸਤ ਕੀਤਾ ਤੇ ਫਿਰ ਉੱਥੇ ਮੰਜੀ ਤੇ ਬਿਠਾ ਕੇ ਸਤਿਗੁਰਾਂ ਨੂੰ ਫਿਰ ਪੰਡਤ ਜੀ ਦੇ ਡੇਰੇ ਲੈ ਕੇ ਗਏ ਨੇ। ਜਾ ਦਰਵਾਜ਼ਾ ਖੋਲ੍ਹਿਆ, ਪੰਡਤ ਜੀ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਧੰਨ ਧੰਨ ਕਹਿੰਦੇ ਹੋਏ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਇਹ ਕੀ ਹਾਲਤ ਤੁਸੀਂ ਬਣਾ ਰੱਖੀ ਹੈ। ਸਤਿਗੁਰਾਂ ਦੀ ਹਾਲਤ ਬਹੁਤ ਨਾਜ਼ੁਕ ਸੀ, ਜਿਹੜੇ ਆਪ ਵੀ ਉਹਨਾਂ ਨੂੰ ਤੁਰਿਆ ਨਹੀਂ ਸੀ ਜਾਂਦਾ। ਪੰਡਤ ਜੀ ਨੇ ਆਖਿਆ ਵੀ ਇਹ ਕੀ ਹਾਲਤ ਤੁਸੀਂ ਬਣਾ ਰੱਖੀ ਹੈ। ਸਤਿਗੁਰਾਂ ਆਖਿਆ ਵੀ ਸੰਸਾਰ ਦੇ ਭਾਗ ਮਾੜੇ ਨੇ। ਵਾਹ ਵਾਹ। ਇਹਨਾਂ ਹੀ ਭਜਨ ਕੀਤਾ ਤੇ ਪੰਡਤ ਜੀ ਦੀਆਂ ਭੁੱਬਾਂ ਨਿਕਲ ਗਈਆਂ ਉੱਥੇ। ਨਹੀਂ ਉਹ ਆਪਣੇ ਆਪ ਨੂੰ ਸੰਭਾਲ ਸਕੇ, ਅੱਥਰੂ ਨਿਕਲ ਆਏ ਨੇ ਅੱਖਾਂ ਦੇ ਵਿੱਚੋਂ। ਸਤਿਗੁਰਾਂ ਉੱਥੇ ਥੋੜੀ ਦੇਰ ਦਰਸ਼ਨ ਦਿੱਤੇ ਨੇ ਤੇ ਫਿਰ ਆਖਿਆ ਚਲੋ ਹੁਣ ਵਾਪਸ ਚੱਲੀਏ। ਜਾਣ ਲੱਗੇ ਨੇ ਜਦੋਂ ਮੰਜਾ ਚੁੱਕਿਆ ਤੇ ਪੰਡਤ ਜੀ ਫਿਰ ਅੱਗੇ ਆਣ ਕੇ ਫਿਰ ਖਲੋ ਗਏ ਨੇ। ਸੱਚੇ ਪਾਤਸ਼ਾਹ ਇਹ ਕੀ ਤੁਸੀਂ ਹਾਲਤ ਬਣਾ ਰੱਖੀਏ। ਸਤਿਗੁਰਾਂ ਫਿਰ ਉਹ ਬਚਨ ਕੀਤਾ ਵੀ ਸੰਸਾਰ ਦੇ ਭਾਗ ਜਿਹੜੇ ਮਾੜੇ ਨੇ। ਪੰਡਤ ਜੀ ਉੱਥੇ ਹੀ ਭੁੱਬਾਂ ਮਾਰਨ ਲੱਗ ਪਏ ਨੇ, ਰੋਂਦੇ ਕਰਲਾਉਂਦੇ ਰਹਿ ਗਏ ਨੇ। ਸਤਿਗੁਰਾਂ ਆਖਿਆ ਚਲੋ ਫਟਾਫਟ ਗੱਡੀ 'ਚ ਬਿਠਾਇਆ ਤੇ ਸੱਚੇ ਪਾਤਸ਼ਾਹ ਭੈਣੀ ਸਾਹਿਬ ਆ ਗਏ ਨੇ। 32 ਸਾਵਣ ਨੂੰ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਗੋਲ ਮੰਦਰ ਦੇ ਵਿੱਚ ਆਣ ਬਰਾਜੇ ਨੇ। ਸੰਗਤਾਂ ਨੂੰ ਪਤਾ ਲੱਗ ਗਿਆ, ਪਰ ਦਰਸ਼ਨ ਕਰਨ ਦਾ ਕਿਸੇ ਨੂੰ ਵੀ ਹੁਕਮ ਨਹੀਂ ਹੋਇਆ, ਕਿਉਂਕਿ ਹਾਲਤ ਜਿਹੜੀ ਸੀ ਉਹ ਬਹੁਤ ਨਾਜ਼ੁਕ ਦੀ ਦੱਸੀ ਗਈ ਹੈ। ਇਹ ਹੀ ਹੁਕਮ ਕੀਤਾ ਗਿਆ ਵੀ ਸਵੇਰੇ ਸ਼ਾਇਦ ਆਸਾ ਜੀ ਦੀ ਵਾਰ ਦੀ ਦਰਸ਼ਨ ਹੋਣਗੇ ਸਾਧ ਸੰਗਤ ਨੂੰ, ਪਰ ਹੁਣ ਨਾ ਕੋਈ ਆਵੇ। ਉਸੇ ਤਰ੍ਹਾਂ ਹੀ ਹੋਇਆ। 32 ਸਾਵਣ ਤੋਂ ਲੈ ਕੇ ਲਗਭਗ 4-5 ਸਾਵਣ ਤੱਕ ਜਿਹੜਾ ਸਤਿਗੁਰਾਂ ਦਾ ਫਿਰ ਉੱਥੇ ਹਾਲਾਤ ਜਿਹੜੇ ਨੇ ਬਹੁਤ ਨਾਜ਼ੁਕ ਜਿਹੇ ਰਹੇ ਨੇ। ਆਪਣੀ ਕਿਰਿਆ ਜਿਹੜੀ ਸੀ ਦਿਨ ਚਰਿਆ ਉਹ ਵੀ ਨਹੀਂ ਸੀ ਆਪਣੇ ਆਪ ਕਰ ਸਕਦੇ ਉਸ ਟਾਈਮ ਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦੋਵੇਂ ਨੂੰਹਾਂ ਸ੍ਰੀ ਮਾਤਾ ਜਗ ਕੌਰ ਜੀ ਦੇ ਬੇਬੇ ਦਲੀਪ ਕੌਰ ਜੀ ਵੀ ਉੱਥੇ ਸਨ। ਇਹਨਾਂ ਦੇ ਦੋਵੇਂ ਪੁੱਤਰ ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੇ ਮਹਾਰਾਜ ਵੀਰ ਸਿੰਘ ਜੀ ਵੀ ਇਹ ਵੀ ਉੱਥੇ ਹੀ ਸਨ। ਇਹ ਦੋਨੇ ਪੋਤਰੇ ਵੀ ਉੱਥੇ ਹੀ ਸਨ ਸਤਿਗੁਰਾਂ ਦੇ। ਭਾਵ ਕਹਿਣ ਦਾ ਸਾਰਾ ਪਰਿਵਾਰ ਉਦੋਂ ਇਹਨਾਂ ਦੀ ਸੰਭਾਲ ਵਿੱਚ ਉੱਥੇ ਹੀ ਸੀ। ਮਹਾਰਾਜ ਜੀ ਨੇ ਜਦੋਂ ਇਹਨਾਂ ਦੀ ਹਾਲਤ ਵੇਖੀ, ਉਹ ਇਹਨਾਂ ਦਾ ਸੁਭਾਅ ਬਹੁਤ ਉਤਾਵਲਾ ਜਿਹਾ ਦੱਸਿਆ ਗਿਆ ਇਤਿਹਾਸ ਵਿੱਚ। ਇਹਨਾਂ ਨੇ ਆਪਣੇ ਯਤਨ ਕਰਨੇ ਸ਼ੁਰੂ ਕੀਤੇ। ਫਿਰ ਭੈਣੀ ਕਟਾਣੀ ਤੋਂ ਫਿਰ ਇਹਨਾਂ ਨੇ ਡਾਕਟਰ ਮੰਗਾਇਆ ਹੈ ਵੀ ਕਿਸੇ ਤਰ੍ਹਾਂ ਸਤਿਗੁਰਾਂ ਦੇ ਹਾਲਾਤ ਬਦਲ ਜਾਣ, ਕੁਝ ਬਚਨ ਕਰਨ ਸਾਡੇ ਨਾਲ, ਪਰ ਉਹਨੂੰ ਕੁਝ ਸਮਝ ਨਹੀਂ ਲੱਗੀ। ਫਿਰ ਇਹਨਾਂ ਨੇ ਲੁਧਿਆਣੇ ਤੋਂ ਇੱਕ ਡਾਕਟਰ ਮੰਗਾਇਆ। ਇਹ ਦੋਨੋਂ ਡਾਕਟਰ ਉੱਥੇ ਹੁਣ ਇਕੱਠੇ ਹੋ ਗਏ ਨੇ। ਇਕੱਠੇ ਹੋ ਕੇ ਤੇ ਫਿਰ ਮੁਆਇਨਾ ਕਰਦੇ ਨੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ। ਇੱਕ ਡਾਕਟਰ ਜਿਹੜਾ ਹੈ ਉਹ ਵੇਖਦਾ ਹੈ ਬਈ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਦਮ ਸ਼੍ਰੀ ਉਹਨੂੰ ਨਜ਼ਰ ਆਇਆ। ਉਹਨੇ ਵੱਡੇ ਡਾਕਟਰ ਨਾਲ ਗੱਲ ਕੀਤੀ ਬਈ ਇਸ ਤਰ੍ਹਾਂ ਨਜ਼ਰ ਆਇਆ। ਕਹਿੰਦਾ ਬਈ ਮੈਂ ਅੱਜ ਤੱਕ ਇਤਿਹਾਸ ਵਿੱਚ ਸੁਣਿਆ ਹੀ ਸੀ, ਵੇਖਿਆ ਹੀ ਸੀ ਬਈ ਮਹਾਰਾਜ ਰਾਮਚੰਦਰ ਜੀ ਦੇ ਮਹਾਰਾਜ ਕ੍ਰਿਸ਼ਨ ਜੀ ਦੇ ਪੈਰਾਂ 'ਚ, ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਸੁਣਿਆ ਸਿਰਫ ਅੱਜ ਤੱਕ ਬਈ ਪਦਮ ਸ਼੍ਰੀ ਚੱਕਰ ਉੱਥੇ ਹੁੰਦਾ ਸੀ, ਪਰ ਅੱਜ ਤੇ ਮੈਂ ਅੱਖੀਂ ਵੇਖਣ ਲਿਆ। ਇਹ ਤੇ ਜਿਹੜਾ ਤਰਲੋਕੀ ਦਾ ਮਾਲਕ ਹੈ, ਇਹਦਾ ਇਲਾਜ ਅਸਾਂ ਕੀ ਕਰਨਾ ਹੈ। ਇਹ ਦੋਨੋਂ ਡਾਕਟਰ ਆਪਸ ਵਿੱਚ ਸਲਾਹ ਕਰਨ ਦੇ ਬਈ ਇਹਦਾ ਇਲਾਜ ਅਸਾਂ ਕੀ ਕਰਨਾ। ਇਹਨੂੰ ਤੇ ਕੋਈ ਰੋਗ ਹੀ ਨਹੀਂ, ਇਹ ਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਭਾਣੇ ਦੇ ਵਿੱਚ ਜੋ ਕੁਝ ਕਰ ਰਿਹਾ ਹੈ, ਇਹ ਕਰ ਸਕਦਾ, ਸਭ ਕੁਝ ਉਹੀ ਕਰ ਰਿਹਾ। ਆਖਿਆ ਸਤਿਗੁਰਾਂ ਨੂੰ ਆਖਿਆ, ਮਹਾਰਾਜ ਵੀਰ ਸਿੰਘ ਜੀ ਨੂੰ ਆਖਿਆ ਬਈ ਇਹਨਾਂ ਨੂੰ ਕੋਈ ਰੋਗ ਨਹੀਂ ਹੈਗਾ, ਅਸੀਂ ਇਹਨਾਂ ਦਾ ਕੀ ਇਲਾਜ ਕਰੀਏ ਦੱਸੋ। ਮਹਾਰਾਜ ਨੇ ਕਿਹਾ ਵੀ ਤੁਹਾਨੂੰ ਹੁਣ ਸੱਦਿਆ ਇੰਨੇ ਯਤਨ ਕਰਨ ਡਏ ਆ, ਕਮ ਸੇ ਕਮ ਤੁਸੀਂ ਆਏ ਹੋ ਤੇ ਇਹਨਾਂ ਨੂੰ ਕੋਈ ਤਾਕਤ ਦਾ ਟੀਕਾ ਹੀ ਲਵਾ ਦਿਓ ਤਾਂ ਕਿ ਇਹ ਉੱਠ ਕੇ ਕੋਈ ਬਚਨ ਤੇ ਸਾਡੇ ਨਾਲ ਕਰ ਲੈਣ। ਉਹਨਾਂ ਮਹਾਰਾਜ ਦੇ ਕਹਿਣ ਤੇ ਫਿਰ ਡਾਕਟਰਾਂ ਨੇ ਇੱਕ ਚੂਲੇ ਦੇ ਉੱਤੇ ਫਿਰ ਉਹ ਤਾਕਤ ਦਾ ਟੀਕਾ ਲਾਇਆ। ਜਦੋਂ ਉਹ ਤਾਕਤ ਦਾ ਟੀਕਾ ਲੱਗਾ ਤੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਫਿਰ ਹੁਕਾ ਦੇ ਕੇ ਬਾਂਹ ਉੱਚੀ ਕਰਕੇ ਆਖਿਆ ਵੀ ਬਸ ਹੁਣ ਨਾ ਮੈਨੂੰ ਕੁਝ ਆਖਿਓ, ਜਿਸ ਤਰ੍ਹਾਂ ਦਾ ਵੀ ਹੁਣ ਮੈਂ ਹੈ ਮੈਨੂੰ ਰਹਿਣ ਦਿਓ ਇੱਥੇ।
ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਾਲਤ ਜਿਹੜੀ ਉਹ ਸੁਧਰ ਨਹੀਂ ਰਹੀ ਤੇ ਸਮਾਂ ਜਿਹੜਾ ਹੁਣ ਹੱਥੋਂ ਨਿਕਲਦਾ ਜਾ ਰਿਹਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਪਾਸੇ ਪਾਵੇ ਤੇ ਖੜੇ ਨੇ, ਮਹਾਰਾਜ ਵੀਰ ਸਿੰਘ ਖੜੇ ਨੇ, ਦੋਨੋਂ ਨੂੰਹਾਂ ਮਾਤਾ ਚੰਦ ਕੌਰ ਤੇ ਬੇਬੇ ਦਲੀਪ ਕੌਰ ਉਹ ਵੀ ਕਮਰੇ ਦੀ ਜਗਾੜ ਦੇ ਨਾਲ ਸਿਰ ਲਾਈ ਬੈਠੀਆਂ ਨੇ। ਪਤਾ ਲੱਗ ਗਿਆ ਵੀ ਹੁਣ ਸਮਾਂ ਜਿਹੜਾ ਹੱਥੋਂ ਨਿਕਲਦਾ ਜਾ ਰਿਹਾ ਹੈ, ਡਾਕਟਰਾਂ ਦੀ ਬਸ ਵੀ ਨਹੀਂ ਰਹਿ ਗਿਆ। ਇਹ ਸਾਰਾ ਸਮਾਂ, ਇਹ ਸਮਾਂ ਜਿਹੜਾ ਹੈ ਬੜਾ ਦੁਖਦਾਈ ਉੱਥੇ ਹੁਣ ਬਣ ਗਿਆ ਹੈ, ਗਮਗੀਨ ਸਮਾਂ ਬਣ ਗਿਆ ਹੈ। ਜਦੋਂ ਐਸਾ ਸਮਾਂ ਬਣ ਗਿਆ ਤੇ ਫਿਰ ਸਾਡੇ ਜਿਹੜੇ ਹੁਣ ਪੰਥ ਦੇ ਮਹਾਨ ਲਿਖਾਰੀ ਨੇ ਉਹਨਾਂ ਸਮਿਆਂ ਨੂੰ ਕਿਸ ਤਰ੍ਹਾਂ ਉਹ ਬਿਆਨ ਕਰਦੇ ਨੇ, ਕਿਸ ਤਰ੍ਹਾਂ ਵਰਣਨ ਕਰਦੇ ਨੇ, ਆਓ ਪੜ੍ਹ ਲਈਏ ਜਰਾ। ਮਾਤਾ ਜੀਵਨ ਕੌਰ ਜੀ ਨੂੰ ਮੁਖਾਤਬ ਕਰਦਿਆਂ ਹੋਇਆ ਕਵੀ ਲਿਖਦਾ, ਜੀਵਨ ਜੋਤ ਮੇਰੀ ਜਗਤ ਨੂਰ ਹੈ ਤੂੰ, ਤੇ ਜੀਵਨ ਕੌਰ ਦੀਆਂ ਅੱਖਾਂ ਦੇ ਨੂਰ ਚੰਨਾ,
जिथे जिथे भी साध संगत को पता लगा सतगुरां की हालत का, उथे उथे सारे काम जिहड़े ने उस तरह ही रुक गए ने उस टाइम, क्योंकि हालत च सुधार नहीं सी हो रहा। दिन ब दिन जी हालत बिगड़ती जान रही सी सतगुरां दी। माता जी बड़े परेशान, सतगुरु बड़े परेशान। संगतां नूं जदों जदों जिथे जिथे भी पता लगा तो फिर होम मा के मोतियां ने संगतां उत्ते। हुण हालात ते जिहड़े काबू तो बाहर होए जाण डे सन, पर सतगुरां दीयां जिहड़ियां यादां वो अखां च घुमण रहियां सन। वो जी फिल्म वांगरा प्यारी तस्वीर तेरी अखां मेरे दे सामने आ रही आ। जिथे तुर गया प्यारा महबूब साडा वे, बावल सिक्खी कुरबा रही आ। सोने नीजरा तेरे सुहाग बाजो, तीसरा तीर ने मारिया। वो जी जिथे तुर गया वड पर
तो जिथे जिथे भी साध संगत नूं पता लगता गया वो समा जिहड़ा जिन्हों कोई भी इंतजार नहीं कर सकता, उस समय का उसकी उड़ीक नहीं करता, वो समा जिहड़ा हुण आहिस्ता आहिस्ता नज़दीक आउंदा गया, क्योंकि संगत नूं दर्शन नहीं होण दे। सारे पासे कुरलाटां पै रहीआं भैणी साहब दे विच। वो भैणी साहब जिथे संगतां जिहड़ियां ने 20,000 रुपया खर्च करके, कोई बर्मा तो आउंदिया, कोई सियाम तो आउंदिया, कोई अफ्रीका तो आउंदिया, दर्शन करने वास्ते इन्ने इन्ने पैसे लगा के दर्शन करने आउंदे सन। अज वो भैणी साहब डरावना बन गया, क्योंकि सारे पासे कुरलाटां पै गईआं ने, दर्शन नहीं होण दे। दर्शनां की याद विच सारे हुण कोई किते जा लगा, कोई किते जा लगा। मन च यही धारणा है कि किसी तरह दर्शन हो जाए सतगुरां दे। किथे तुर गया प्यारा महबूब साडा वे, सारे दे मना चाहिए भी किसी तरह दर्शन हो जाए। वाह वाह। पर दर्शन किस तरह होण? वो रूहां ਜਿਹੜੀਆਂ ਸਾਨੂੰ ਹੌਸਲਾ ਦਿੰਦੀਆਂ ਸਨ एक समय ਦੇ ਵਿੱਚ, ਅੱਜ ਉਹ ਰੂਹਾਂ ਜਿਹੜੀਆਂ ਨੇ ਆਪ ਬੇਹੌਸਲਾ ਹੋਈਆਂ ਪਈਆਂ ਨੇ। ਨਾ ਸਤਿਗੁਰਾਂ ਨੂੰ ਕੋਈ ਪਤਾ ਲੱਗਣ ਡਿਆ ਵੀ ਕੀ ਕੀਤਾ ਜਾਵੇ, ਨਾ ਮਹਾਰਾਜ ਨੂੰ ਪਤਾ ਲੱਗਣ ਡਿਆ। ਮਾਤਾ ਜੀ ਹੁਣ मन च आया कि चलो मैं ही अर्ज करके देखा भी शायद कोई मेरी अर्ज प्रमाण हो जाए। माता चंद कौर जी गल विच पल्ला पाया, सतगुरां दे लागे आए ने, सोचा मैं ही बनती करके देखा, हो सकता है मेरी बेनती स्वीकार हो जाए। ते की कहते ने, आना गुर प्रताप जी वे, घड़िया भी मुड़िया जगरीबा अनाथा दी खड़े खलोते सुन जाओ।
ਭਜਨ ਤੈਨੂੰ ਸੁਖ ਦੱਸਦੀ ਗਲ ਵਿੱਚ ਪਾ ਕੇ ਭਲਾ ਭਜਨ ਤੈਨੂੰ ਸੁਖ ਦੱਸਦੀ ਸੁਖ ਦੱਸਦੀ ਸੁਖ ਦੱਸਦੀ ਸੁਖ ਦੱਸਦੀ ਸੁਖ ਦੱਸਦੀ ਸੁਖ ਦੱਸਦੀ ਗਲ ਵਿੱਚ ਪਾ ਕੇ ਭਲਾ ਭਜਨ ਤੈਨੂੰ ਸੁਖ ਦੱਸਦੀ ਗਲ ਵਿੱਚ ਪਾ ਕੇ ਭਲਾ ਗਲ ਵਿੱਚ ਪਾ ਕੇ ਭਲਾ ਭਜਨ ਤੈਨੂੰ ਸੁਖ ਦੱਸਦੀ ਗਲ ਵਿੱਚ ਪਾ ਕੇ ਭਲਾ ਭਜਨ ਤੈਨੂੰ ਸੁਖ ਦੱਸਦੀ ਚੜਿਆ ਭਾਦੋਂ ਦਾ ਮਹੀਨਾ ਮੇਰਾ ਧੜਕਣ ਲੱਗਾ ਸੀਨਾ ਜਾਵੇ ਗਵਾਚ ਨਾ ਨਗੀਨਾ ਸੀਨਾ ਦਿਲ ਆਖਦਾ ਆਈ ਭਾਦੋਂ ਦੀ ਪੰਜ ਹੋਈ ਦਿਨ ਨੀਵੀਂ ਸਾਂਝ ਸਾਰੇ ਪਾਸੇ ਗੰਭੀਰ ਮਾਹੌਲ ਬਣਿਆ। 4-5 ਦਿਨ ਜਿਹੜੇ ਨੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੋਲ ਮੰਦਰ ਵਿੱਚ ਕੱਟੇ ਨੇ ਆਣ ਕੇ, ਕਿਉਂਕਿ 32 ਸਾਵਣ ਨੂੰ ਗੋਲ ਮੰਦਰ ਦੇ ਵਿੱਚ ਆ ਗਏ ਸਨ ਮੰਡੀ ਤੋਂ, ਤੇ 5 ਭਾਦਰੋਂ ਤੇ 6 ਭਾਦਰੋਂ ਦੀ ਜਿਹੜੀ ਸਾਂਝੀ ਰਾਤ ਦੱਸੀ ਹੈ 12 ਵਜੇ ਦੇ ਕਰੀਬ ਸਤਿਗੁਰਾਂ ਨੇ ਫਿਰ ਆਪਣੀ ਦੇਹ ਤਿਆਗੀ ਹੈ। ਉਹ ਸਵਾਸਾਂ ਰੂਪੀ ਪੂੰਜੀ ਸੰਸਾਰ ਦੇ ਵਿੱਚ ਖਰਚ ਕਰਕੇ ਤੇ ਫਿਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜਦੋਂ ਐਸਾ ਦਾ ਸਮਾਂ ਬਣ ਗਿਆ ਵਾਹ ਵਾਹ, ਤੇ ਫਿਰ ਸਾਰੇ ਪਾਸੇ ਫਿਰ ਗੁਰਲਾਖਾਂ ਪਈਆਂ ਹੀ ਪਈਆਂ ਸਨ। ਪਹਿਲਾਂ ਹੀ ਕਿਸੇ ਨੂੰ ਸੁਝਦਾ ਨਹੀਂ ਸੀ ਵੀ ਹੁਣ ਕੀ ਕੀਤਾ ਜਾਵੇ। ਲਗਭਗ 5000 ਦੀ ਗਿਣਤੀ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਲੈ ਕੇ ਚੱਲੇ ਨੇ, ਇਸ ਤੋਂ ਵੀ ਵੱਧ ਗਿਣਤੀ ਦੱਸੀ ਗਈ ਹੈ ਉੱਥੇ। ਕਿਸਮਤ ਸੜ ਗਈ ਸੰਸਾਰ ਦੀ ਹੋਈ ਮੌਲਾ, ਗੈਰੀ ਦਿਲ 5 ਭਾਦਰੋਂ ਆਉਣ ਲੱਗਾ।
ਹਾਲਾਂਕਿ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਤਿਗੁਰ ਜਗਜੀਤ ਸਿੰਘ ਜੀ ਨੂੰ ਇਸ ਨਾਮਧਾਰੀ ਪੰਥ ਦਾ ਮੁਖੀ ਬਣਾ ਕੇ ਐਲਾਨੀਆਂ ਤੌਰ ਤੇ ਉੱਥੇ ਕਹਿ ਦਿੱਤਾ ਗਿਆ ਸੀ। ਇਹ ਜਿਹੜੀ ਐਲਾਨੀਆਂ ਤੌਰ ਤੇ ਜਿਹੜਾ ਹੁਕਮ ਕੀਤਾ ਹੈ, ਇਹ ਚੱਕਰਵਰਤੀ ਜੀ ਨੇ ਕੀਤਾ ਸੀ ਉੱਥੇ। ਸੋ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਅੱਜ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਨਾਮਧਾਰੀ ਬੈਠੇ ਨੇ, ਸਤਿਗੁਰਾਂ ਦੇ ਹੁਕਮ ਅਨੁਸਾਰ ਉਹ ਮਨਾਇਆ ਜਾ ਰਿਹਾ ਹੈ। ਜਿੱਥੇ ਜਿੱਥੇ ਵੀ ਸੰਗਤ ਬੈਠੀ ਹੈ, ਚਾਹੇ ਉਹ ਦੇਸ਼ਾਂ ਵਿਦੇਸ਼ਾਂ 'ਚ, ਹਰ ਜਗ੍ਹਾ ਇਹ ਜਿਹੜਾ ਦਿਹਾੜਾ 5 ਭਾਦਰੋਂ ਦਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਤੋਂ ਬਾਅਦ ਕਿਸ ਤਰ੍ਹਾਂ ਫਿਰ ਦਸਤਾਰਬੰਦੀ ਹੋਈ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇੰਨੀਆਂ ਕਰਜ਼ਾ ਕਰਦਾ ਹੋਇਆ ਦਾਸ ਨੂੰ ਇੱਥੇ ਹੀ ਕਿਨਾਂ ਦਾ ਜੱਜ ਕੇ ਸਤਿ ਸ੍ਰੀ ਅਕਾਲ।